Hello, Sat Sri Akal, and welcome to the next episode of the Covers Talk Show, presented by the White Falcon Films and powered by CT Group of Institutions. ਅੱਜ ਸਾਡੇ ਨਾਲ ਜੁੜ ਚੁੱਕੇ ਇੱਕ ਬਹੁਤ ਹੀ ਮੋਟੀਵੇਟਿੰਗ ਡਾਇਰੈਕਟਰ ਜਿਨ੍ਹਾਂ ਦੀ ਝੋਲੀ ਦੇ ਵਿੱਚ 5 ਸ਼ਾਰਟ ਮੂਵੀਜ਼ ਹੈਗੀਆਂ ਨੇ। ਉਹਨਾਂ ਨੇ ਆਪਣਾ ਸਫ਼ਰ 2013 ਦੇ ਵਿੱਚ ਆਪਣੀ ਪਹਿਲੀ ਸ਼ਾਰਟ ਮੂਵੀ ਚੁੱਲ੍ਹਾ ਇੱਕ ਬੂੰਦ ਅੰਮ੍ਰਿਤ ਦੀ ਤੋਂ ਸ਼ੁਰੂਆਤ ਕੀਤੀ। 2015 ਦੇ ਵਿੱਚ ਇਹਨਾਂ ਨੇ 2 ਸ਼ਾਰਟ ਮੂਵੀਜ਼ ਡਾਇਰੈਕਟ ਕੀਤੀਆਂ ਜਿਨ੍ਹਾਂ ਦਾ ਨਾਮ ਕੌਸ਼ਨ ਅਤੇ ਰੁਪੀਜ਼ ਆਫ ਗੋਡ ਹੈ। 2016 ਦੇ ਵਿੱਚ ਇਹਨਾਂ ਨੇ ਇੱਕ ਹੋਰ ਸ਼ਾਰਟ ਮੂਵੀ ਡਾਇਰੈਕਟ ਕੀਤੀ ਜਿਸ ਦਾ ਨਾਮ ਹੈ ਮੰਨਨ। ਐਂਡ ਹਾਲ ਹੀ ਦੇ ਵਿੱਚ ਇਹਨਾਂ ਨੇ ਸੋਸਾਇਟੀ ਨੂੰ ਬਹੁਤ ਇੱਕ ਖੂਬਸੂਰਤ ਗਿਫਟ ਦਿੱਤਾ ਹੈ, ਇੰਪੈਕਟ ਇਹਨਾਂ ਦੀ ਜਿਹੜੀ ਹੁਣੇ ਰੀਸੈਂਟਲੀ ਰਿਲੀਜ਼ ਹੋਈ ਹੈ ਸ਼ਾਰਟ ਮੂਵੀ ਉਸ ਦੌਰਾਨ। ਅਤੇ ਜੇ ਮੈਂ ਗੱਲ ਕਰਾਂ ਇਹਨਾਂ ਦੇ ਹਰ ਮੂਵੀ ਦੀ ਤੇ ਇਹਨਾਂ ਦੇ ਹਰ ਫਿਲਮ ਦਾ ਜਿਹੜਾ ਸੰਦੇਸ਼ ਹੈ ਉਹ ਇਨਸਾਨ ਨੂੰ ਰੱਬ ਨਾਲ ਜੋੜਦਾ ਹੈ ਅਤੇ ਉਹਦੇ ਵਿੱਚ ਸਪਿਰਿਚੁਅਲ ਅਵੇਕਨਿੰਗ ਲਿਆਂਦੀ ਹੈ। I'm talking about none other than Harjeet Singh Oberoi, who is very passionate of making films and in promoting Sikh religion and humanity in general. So let's welcome one and only Harjeet Singh Oberoi. Harjeet ji, ਤੁਹਾਡਾ ਬਹੁਤ-ਬਹੁਤ ਸਵਾਗਤ ਹੈ in the Covers Talk Show. Thank you so much for inviting me over here. Our pleasure. Harjeet ji, my first question will be ਕਦੋਂ ਕਿਵੇਂ ਐਂਡ ਕਿਉਂ ਖਿਆਲ ਆਇਆ ਤੁਹਾਡੇ ਮਾਈਂਡ ਦੇ ਵਿੱਚ ਕਿ ਤੁਸੀਂ ਸੋਸ਼ਲ ਕਾਜ਼ ਉੱਤੇ ਸ਼ਾਰਟ ਮੂਵੀਜ਼ ਬਣਾਓਗੇ? ਖਿਆਲ ਸਿਰਫ ਇੰਨਾ ਸੀ ਕਿ ਮੈਂ ਮੂਵੀ ਮੇਕਿੰਗ ਦੇ ਵਿੱਚ ਆਉਣਾ ਚਾਹੁੰਦਾ ਸੀ ਜੀ। when I started my career, तो I started my career as a writer. Okay. तो मैं एक सक्सेसफुल ਰਾਈਟਰ ਬਣਨ ਦੀ ਉਮੀਦ ਨਾਲ ਇਸ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਸੀ ਜੀ। तो ਕਾਫੀ ਸਟਰਗਲ ਕਰਨ ਤੋਂ ਬਾਅਦ तो ਜਦ ਹੋਰ ਕਾਫੀ ਮੂਵੀਜ਼ ਮੈਂ ਹਾਲੀਵੁੱਡ ਤੋਂ ਬਹੁਤ ਜ਼ਿਆਦਾ ਇੰਸਪਾਇਰ ਰਹਿੰਦਾ ਸੀ ਹਮੇਸ਼ਾ ਹੀ। ਓਕੇ। तो ਮੈਂ ਮੇਰਾ ਫਰੈਂਡ ਅਸੀਂ ਯੂਜ਼ਲੀ ਇੱਕ ਦੂਜੇ ਨਾਲ ਗੱਲ ਕਰਦੇ ਸੀ ਅਬਾਊਟ ਦਿਸ ਮੂਵੀਜ਼ ਐਂਡ ਐਵਰੀਥਿੰਗ ਜੀ। तो ਆਈਡੀਆਜ਼ ਡਿਸਕਸ ਹੁੰਦੇ ਸੀ ਬਟ ਮੈਨੂੰ ਸਾਰੇ ਇਹੀ ਕਹਿੰਦੇ ਸੀ ਕਿ ਵੀ ਬਾਲੀਵੁੱਡ ਜਿਹੜਾ ਹੈਗਾ ਉੱਥੇ ਸਰਦਾਰਾਂ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਗ੍ਹਾ ਨਹੀਂ ਹੈਗੀ ਹੈ। ਓਕੇ। तो ਕਈ ਵਾਰ ਹਿੰਮਤ ਕਰਦੇ ਸੀ ਕਿ ਬੰਬੇ ਜਾ ਕੇ ਕਿਉਂਕਿ ਇੱਛਾ ਸੀ ਕਿ ਮੂਵੀ ਮੇਕਿੰਗ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਆਉਣ ਦੀ ਇੱਛਾ ਸੀ ਕਾਫੀ ਜੀ। ਸੋ ਆਈ ਆਪਟਡ ਐਜ਼ ਅ ਰਾਈਟਰ ਬਿਫੋਰ ਦੈਟ। ਓਕੇ। तो जब एज अ राइटर मैं स्क्रीन प्लेज लिखने शुरू किए जी। तो हौली हौली इस इंडस्ट्री के बारे काफ़ी कुछ जानने को मिले। राइट। एंड एक विच फेस आ गया सी जब मूवीज़ बहुत टिपिकल हो गई सी व्हेन वी टॉक अबाउट द 86 फिर 90s की जी मूवीज़ सी जी वो बहुत टिपिकल मूवीज़ हो गई सी, कुछ ज़्यादा चेंजेस नहीं सी, लव स्टोरीज होंदियां सी ज़्यादा। राइट। एंड एट दैट टाइम उस ਵੇਲੇ ਇਹੀ ਸਭ ਚੀਜ਼ਾਂ ਦਾ ਖਿਆਲ ਆਉਂਦਾ ਰਿਹਾ ਕਿ ਵੀ ਐਸਾ ਕੀ ਕਰ ਸਕਦੇ ਹਾਂ ਅਸੀਂ, ਦ ਸਟੋਰੀ ਸ਼ੁੱਡ ਕੁਝ ਚੇਂਜ ਹੋਣਾ ਚਾਹੀਦਾ ਹੈ। ਤਾਂ ਜਦ ਤੁਸੀਂ ਆਪਣੇ ਸਰਾਊਂਡਿੰਗਸ ਦੇਖਦੇ ਹੋ, ਜਦ ਤੁਸੀਂ ਦੇਖਦੇ ਹੋ ਕਿ ਜਿਹੜਾ ਤੁਹਾਡਾ ਸੋਸ਼ਲ ਸਰਕਲ ਹੈਗਾ, ਲੋਕ ਹੈਗੇ ਨੇ, ਤਾਂ ਦੈਨ ਯੂ ਸਟਾਰਟ ਥਿੰਕਿੰਗ ਸਮਥਿੰਗ ਡਿਫਰੈਂਟ। ਓਕੇ। ਤਾਂ ਜਦ ਤੁਸੀਂ ਡਿਫਰੈਂਟ ਸੋਚਣਾ ਸ਼ੁਰੂ ਕਰਦੇ ਹੋ ਤੇ ਤੁਹਾਨੂੰ ਖਿਆਲ ਆਉਂਦਾ ਹੈ ਤੇ ਆਈ ਥਿੰਕ ਦਿਸ ਆਲ ਇਟ ਇਜ਼ ਆਲ ਅ ਗਿਫਟ। ਇਹਨੂੰ ਮੈਂ ਕਦੇ ਆਪਣਾ ਕ੍ਰੈਡਿਟ ਨਹੀਂ ਲੈਣਾ ਚਾਹਾਂਗਾ ਕਿਉਂਕਿ ਜਦ ਤੁਸੀਂ ਰੱਬ ਨਾਲ ਕਨੈਕਟ ਹੁੰਦੇ ਹੋ ਜੀ ਉਹ ਅਕਾਲ ਪੁਰਖ ਆਪਣੇ ਆਪ ਹੀ ਤੁਹਾਨੂੰ ਕੋਈ ਨਾ ਕੋਈ ਸਟੋਰੀਜ਼ ਦਿੰਦੇ ਰਹਿੰਦੇ ਨੇ। ਫॉर श्योर। ਸੋ ਇਟਸ ਆਈ ਨੈਵਰ ਟੇਕ ਕ੍ਰੈਡਿਟ ਆਫ all of my stories right now. Okay. Then why only because I've seen your movies, short movies. Kete na kete like you promote Sikh religion more, right? And why such thing? Because have you ever felt ke kete na kete Sikh religion to jehdi aj di youth hai ਉਹ ਕਿਤੇ ਨਾ ਕਿਤੇ ਡਿਪਲੀਟ ਹੋ ਰਹੀ ਹੈ? ਆਈ ਮੀਨ ਇਟ ਜਸਟ ਗੋਇੰਗ ਬੈਕ। ਦੇਖੋ ਮੈਂ ਪਹਿਲੇ ਥੋੜਾ ਪੁਆਇੰਟ ਕਲੀਅਰ ਕਰਨਾ ਚਾਹਾਂਗਾ ਕਿ ਮੈਂ ਸਿਰਫ ਸਿੱਖੀਜ਼ਮ ਨੂੰ ਪ੍ਰਮੋਟ ਨਹੀਂ ਕਰ ਰਿਹਾ। ਤੁਸੀਂ ਮੇਰੀ ਜਿੰਨੀਆਂ ਵੀ ਮੂਵੀਜ਼ ਆਉਣ ਵਾਲੇ ਟਾਈਮ 'ਚ ਦੇਖੋਗੇ ਜਾਂ ਜਿੰਨੀਆਂ ਤੁਸੀਂ ਹੁਣ ਤੱਕ ਮੈਂ ਬਣਾਈਆਂ ਤੁਸੀਂ ਦੇਖੀਆਂ ਕਿ ਜਿਹੜਾ ਮੇਰਾ ਪ੍ਰਾਈਮ ਫੋਕਸ ਹੈ ਉਹ ਹੈ ਹਿਊਮੈਨਿਟੀ। ਓਕੇ। ਹਰ ਧਰਮ ਦਾ ਨਾ ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਹੈ, ਚਾਹੇ ਉਹ ਹਿੰਦੂਇਜ਼ਮ ਹੈਗਾ, ਚਾਹੇ ਉਹ ਕ੍ਰਿਸਚੈਨਿਟੀ ਹੈਗੀ ਹੈ, ਚਾਹੇ ਮੁਸਲਿਮ ਹੈਗਾ। ਹਰ ਧਰਮ ਦੇ ਵਿੱਚ ਕੁਝ ਐਸੇ ਲੋਕ ਆ ਜਾਂਦੇ ਨੇ ਵਿਦ ਟਾਈਮ ਵਿਦ ਪੀਰੀਅਡ ਜੋ ਬਹੁਤ ਫੈਨੇਟਿਕ ਹੁੰਦੇ ਨੇ, ਜੋ ਕੱਟੜਤਾ ਫੈਲਾਉਂਦੇ ਨੇ। ਧਰਮ ਕੋਈ ਵੀ ਹੋਵੇ ਉਹ ਸਾਨੂੰ ਰੱਬ ਦਾ ਹੀ ਪ੍ਰਚਾਰ ਦਿੰਦੇ ਨੇ। ਐਵਰੀ ਰਿਲੀਜਨ ਟਾਕਸ ਅਬਾਊਟ ਹਿਊਮੈਨਿਟੀ। ਕੋਈ ਐਸਾ ਧਰਮ ਨਹੀਂ ਹੈ ਜੋ ਤੁਹਾਨੂੰ ਹਿਊਮੈਨਿਟੀ ਤੋਂ ਕੁਝ ਅਗੇਂਸਟ ਸਿਖਾਉਂਦਾ ਹੈਗਾ। ਸੋ ਜਿਹੜੀ ਗੱਲ ਤੁਸੀਂ ਮੈਨੂੰ ਕਰ ਰਹੇ ਹੋ ਕਿ ਮੈਂ ਸਿਰਫ ਸਿੱਖੀਜ਼ਮ ਪ੍ਰਮੋਟ ਕਰਦਾ ਪਿਆ, ਨਹੀਂ,
ਸਿੱਖੀਜ਼ਮ ਇਹ ਤੁਹਾਨੂੰ ਲੱਗ ਰਿਹਾ ਕਿ ਕਿਉਂਕਿ ਸਿੱਖ ਐਕਟਰਸ ਹੁੰਦੇ ਨੇ ਉਹਦੇ ਵਿੱਚ, ਰਾਈਟ, ਬਟ ਸਿੱਖੀਜ਼ਮ ਆਪਣੇ ਆਪ ਦੇ ਵਿੱਚ ਇੱਕ ਗਲੋਬਲ ਧਰਮ ਹੈਗਾ ਜਿਹਨੂੰ ਕਿਸੇ ਵੀ ਧਰਮ ਦਾ ਬੰਦਾ ਉਹਨੂੰ ਅਡਾਪਟ ਕਰ ਸਕਦਾ ਹੈ ਕਿਉਂਕਿ ਉਹਦੇ ਵਿੱਚ ਹਿਊਮੈਨਿਟੀ ਹੈ। ਰਾਈਟ, ਸਾਡੇ ਕਿੰਨੇ ਹੀ ਭਗਤਾਂ ਦੀ ਅਲੱਗ-ਅਲੱਗ ਧਰਮਾਂ ਦੇ ਪੀਰ ਪੈਗੰਬਰਾਂ ਦੀ ਬਾਣੀ ਦਰਜ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜੀ, ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈਗਾ ਕਿ ਸਾਡਾ ਜਿਹੜਾ ਸਿੱਖ ਧਰਮ ਹੈਗਾ ਉਹ ਕੋਈ ਵਾਟ ਯੂ ਸੇ ਬਾਇਸਡ ਨਹੀਂ ਹੈਗਾ। ਜੀ, ਠੀਕ ਹੈ, ਇਟਸ ਅ ਕੰਪਲੀਟ ਰਿਲੀਜਨ। ਹੁਣ ਰਹੀ ਗੱਲ ਤੁਸੀਂ ਮੂਵੀਜ਼ ਦੇ ਵਿੱਚ ਜਿਹੜਾ ਤੁਸੀਂ ਦੇਖਦੇ ਹੋ ਕਿ ਸਿੱਖ ਐਕਟਰਸ ਹੈਗੇ ਨੇ, ਰਾਈਟ, ਸੀ ਦੇਰ ਇਜ਼ ਵੈਨ ਯੂ ਆਰ ਇੱਕ ਫੈਮਿਲੀ ਆ ਆਪਾਂ, ਠੀਕ ਹੈ ਨਾ, ਆਈ ਐਮ ਬੋਰਨ ਐਂਡ ਰੇਜ਼ਡ ਐਜ਼ ਅ ਸਿੱਖ। ਰਾਈਟ, ਤੋ ਐਜ਼ ਅ ਸਿੱਖ ਜਦ ਮੈਂ ਪੈਦਾ ਹੁੰਦਾ ਤੋ ਆਪਣੇ ਬ੍ਰਦਰਸ ਨੂੰ ਜਦ ਮੈਂ ਦੇਖਦਾ, ਭਰਾਵਾਂ ਨੂੰ, ਦੋਸਤਾਂ ਨੂੰ, ਮੇਰੀ ਆਪਣੀ ਬਹੁਤ ਇੱਛਾ ਸੀ ਟੂ ਕਮ ਐਜ਼ ਐਨ ਐਕਟਰ ਇਨਟੂ ਦ Okay. ਇੰਡਸਟਰੀ। ਓਕੇ, ਬਟ ਵਿਦ ਟਾਈਮ ਜਦ ਤੁਹਾਨੂੰ ਪਤਾ ਚੱਲਦਾ ਕਿ ਸੁਸਾਇਟੀ ਜਿਹੜੀ ਹੈਗੀ ਹੈ ਖੁਦ ਸਿੱਖਾਂ ਦੀ ਕੁੜੀਆਂ ਵੀ ਉਹ ਤੁਹਾਨੂੰ ਐਜ਼ ਇਟ ਇਜ਼ ਐਕਸੈਪਟ ਨਹੀਂ ਕਰਦੀ। ਬਾਲੀਵੁੱਡ ਐਕਸੈਪਟ ਨਹੀਂ ਕਰਦਾ ਸੀ ਦੈਟ ਟਾਈਮ। ਹੁਣ ਕੁਝ ਸਿੱਖ ਐਕਟਰਸ ਆਉਣੇ ਸ਼ੁਰੂ ਹੋ ਗਏ ਨੇ, ਰਾਈਟ, ਉਸ ਟਾਈਮ ਤੇ ਬਾਲੀਵੁੱਡ ਸਾਨੂੰ ਐਕਸੈਪਟ ਨਹੀਂ ਕਰਦਾ ਸੀ। ਮੈਂ ਅੱਜ ਤੋਂ ਤੁਹਾਨੂੰ 5-6 ਸਾਲ ਪੁਰਾਣੀ ਗੱਲ ਕਰ ਰਿਹਾ। ਸੋ ਦੈਟ ਇਜ਼ ਦ ਰੀਜ਼ਨ ਕਿ ਇਹ ਜਿਹੜੇ ਸਿੱਖ ਐਕਟਰਸ ਹੈਗੇ ਨੇ, ਇਹਨਾਂ ਸਿੱਖਾਂ ਨੂੰ ਅਸੀਂ ਇਸੇ ਕਰਕੇ ਮੈਂ ਲੈਂਦਾ ਆਪਣੀ ਮੂਵੀਜ਼ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਪੈਸ਼ਨ ਹੈਗਾ, ਇੱਕ ਜਿਹੜਾ ਸਿੱਖ ਮੀਡੀਆ ਜਿਹੜਾ ਹੈਗਾ, ਰਾਈਟ, ਵੀ ਕੈਨ ਅਸੀਂ ਦੁਨੀਆ ਨੂੰ ਦਿਖਾ ਸਕੀਏ ਕਿ ਸਿੱਖ ਵੀ ਸੋਹਣੇ ਹੁੰਦੇ ਨੇ, ਸੋਹਣੇ, ਦੇ ਕੈਨ ਐਕਟ ਵੈਲ। ਹਾਂ, ਠੀਕ ਹੈ, ਸੋ ਇਹੀ ਕੋਸ਼ਿਸ਼ ਹੈ, ਇਹਦੇ ਵਿੱਚ ਕੋਈ ਕੱਟੜਤਾ ਨਹੀਂ ਹੈ, ਕੋਈ ਇੱਦਾਂ ਮੇਰੀ ਅਪਕਮਿੰਗ ਮੂਵੀ ਜਿਹੜੀ ਹੈਗੀ ਹੈ ਉਹ ਹਿੰਦੀ 'ਚ ਹੋਏਗੀ। ਓਕੇ, तो कोई ऐसी गल नहीं है। आई नो अबाउट सिखिज़म मोर, श्योर, तो इस करके मैं सिखिज़म ਦੇ ਉੱਪਰ ਬਣਾਉਂਦਾ। ਰਾਈਟ, आई डोंट माइंड अगर ਮੈਨੂੰ ਹਿੰਦੂਇਜ਼ਮ ਬਾਰੇ ਮੈਨੂੰ ਜ਼ਿਆਦਾ ਪਤਾ ਹੋਵੇ ਜਾਂ ਕਿਸੇ ਹੋਰ ਧਰਮ ਬਾਰੇ, आई एम ओपन टू दैट आल्सो। राइट, तो ऐसा कुछ नहीं है। any other social cause besides देखो promoting- सोशल व्हेन यू टॉक अबाउट ਧਰਮ, ਹਾਂ, ਧਰਮ ਕੋਈ ਵੀ ਹੋਵੇ, ਤੁਸੀਂ ਜਦ ਧਰਮ ਦਾ ਪ੍ਰਚਾਰ ਕਰਦੇ ਹੋ ਉਹਦੇ ਵਿੱਚ ਕਾਜ਼ਸ ਆਪਣੇ ਆਪ ਕਵਰ ਹੋ ਜਾਂਦੇ ਨੇ। ਜੀ, ਜਦ ਤੁਸੀਂ ਪਿਆਰ ਦੀ ਗੱਲ ਕਰ ਰਹੇ ਹੋ ਸਾਰਿਆਂ ਨਾਲ, ਤੁਸੀਂ ਸਭ ਨੂੰ ਹਿਊਮੈਨਿਟੀ ਬਾਰੇ ਸਿਖਾ ਰਹੇ ਹੋ, ਰਾਈਟ, ਤੋ ਮੀਡੀਆ ਇਜ਼ ਵਨ ਆਫ ਦ ਮੋਸਟ ਪਾਵਰਫੁਲ ਟੂਲ ਅੱਜ ਦੀ ਡੇਟ ਵਿੱਚ ਜੀ, ਕਿ ਤੁਹਾਨੂੰ ਆਪਣੇ ਅੱਜ ਪੇਰੈਂਟਸ ਦੇ ਕੋਲ ਟਾਈਮ ਨਹੀਂ ਹੈਗਾ। ਇਫ ਯੂ ਹੈਵ ਸੀਨ ਮਾਈ ਮੂਵੀ ਇੰਪੈਕਟ, ਐਗਜ਼ੈਕਟਲੀ, ਤੋ ਉਹ ਇੰਪੈਕਟ ਦਾ ਜੋ ਰੀਜ਼ਨ ਸੀ ਬਣਾਉਣ ਦਾ, ਦੈਟ ਵਾਸ ਵੈਰੀ ਸਿੰਪਲ ਕਿ ਪੇਰੈਂਟਸ ਦੇ ਕੋਲ ਅੱਜ ਦੀ ਡੇਟ ਵਿੱਚ ਟਾਈਮ ਨਹੀਂ ਹੈਗਾ। ਯਾ, ਤੋ ਜਦ ਉਹ ਮੀਡੀਆ ਇਜ਼ ਵਨ ਆਫ ਦ ਬਿਗੇਸਟ ਟੀਚਿੰਗ ਰਾਈਟ ਨਾਓ, श्योर, ਤੋ ਬੱਚੇ ਇਨਫਲੂਐਂਸ ਹੁੰਦੇ ਨੇ। because they are always on YouTube Exactly. and you know हाँ. entertainment Exactly. stuff. Yeah, ਤੋ ਉਹਨਾਂ ਵਿੱਚੋਂ ਮਤਲਬ ਮੈਨੂੰ ਸਿਰਫ ਇੰਨਾ ਹੈਗਾ ਕਿ ਅਗਰ ਮੇਰੀ ਮੂਵੀ ਤੋਂ ਕੋਈ ਇੱਕ ਇਨਸਾਨ ਵੀ ਮੈਂ ਬਦਲ ਸਕਾਂ, ਕੋਈ ਇੱਕ ਇਨਸਾਨ ਵੀ, that तो my cause is successful। exactly, and I hope so कि ਤੁਹਾਡੀਆਂ 5 ਮੂਵੀਜ਼ ਤੋਂ ਕਿਤੇ ਨਾ ਕਿਤੇ ਕੁਝ ਨਾ ਕੁਝ ਪੋਜ਼ਿਟਿਵ ਇੰਪੈਕਟ ਜ਼ਰੂਰ ਆਇਆ ਹੋਵੇਗਾ। I hope, let's see। All right, Harjeet ji, my next question will be why only short films? Why not the full length feature film or any other medium? Right, this is a good question। ਤੁਸੀਂ ਜਿਸ ਤਰ੍ਹਾਂ ਅੱਜ ਕੱਲ੍ਹ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਇਜ਼ ਬਿਕਮਿੰਗ ਮੋਰ ਐਕਟਿਵ ਨਾਊਅਡੇਜ਼। ਅੱਜ ਛੋਟੇ ਤੋਂ ਛੋਟੇ ਬੱਚੇ ਕੋਲ ਇੱਕ ਆਈਫੋਨ ਹੈਗਾ ਉਹਨਾਂ ਦੇ ਹੱਥ ਵਿੱਚ। ਸ਼ਾਰਟ ਫਿਲਮ ਇੱਕ ਐਸਾ ਸੈਗਮੈਂਟ ਹੈਗਾ ਜਿਹਦੇ ਵਿੱਚ ਤੁਸੀਂ ਬਹੁਤ ਘੱਟ ਸਮੇਂ ਦੇ ਵਿੱਚ, ਘੱਟ ਬਜਟ ਦੇ ਵਿੱਚ ਤੁਸੀਂ ਉਹ ਗੱਲ ਕਰ ਸਕਦੇ ਹੋ। ਅਗਰ ਅਸੀਂ ਹੁਣ ਫੀਚਰ ਫਿਲਮਸ ਵਾਲੇ ਪਾਸੇ ਜਾਂਦੇ ਹਾਂ, ਆਫ ਕੋਰਸ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਫੀਚਰ ਫਿਲਮਸ ਐਂਡ ਕਮਰਸ਼ੀਅਲ ਮੂਵੀਜ਼ ਵੀ ਬਣਾਉਣਾ ਚਾਹਾਂਗਾ ਜੀ। ਸ਼ਾਰਟ ਫਿਲਮਸ ਦਾ ਇੱਕ ਬਜਟ ਹੁੰਦਾ ਹੈ ਜੋ ਇੱਕ ਸਮਾਲ ਸਕੇਲ ਤੇ ਬਜਟਸ ਬਣਾਏ ਜਾਂਦੇ ਨੇ, ਉਹਨੂੰ ਇੱਕ ਬਹੁਤ ਘੱਟ ਸਮੇਂ ਵਿੱਚ ਤੁਸੀਂ ਇੱਕ ਐਸਾ ਮੈਸੇਜ ਦੇ ਸਕਦੇ ਹੋ। ਰਾਈਟ, ਹੁਣ ਅਗਰ ਫੀਚਰ ਫਿਲਮ ਬਣਾਉਣ ਵਾਲੇ ਪਾਸੇ ਜਾਈਏ ਤਾਂ ਪਹਿਲੇ ਉਹ 19 ਕਰੋੜਾਂ ਦਾ ਬਜਟ ਲੱਭਿਆ ਜਾਏਗਾ ਐਂਡ ਤੁਸੀਂ ਐਗਜ਼ੈਕਟਲੀ 2 ਸਾਲ ਤੁਸੀਂ ਸ਼ਾਇਦ ਇੱਕ ਮੂਵੀ ਬਣਾ ਪਾਓਗੇ। ਐਂਡ ਇੰਨਾ ਕੰਪੀਟੀਸ਼ਨ, ਇੰਨਾ ਟੈਲੈਂਟ ਹੈਗਾ ਇਸ ਇੰਡਸਟਰੀ ਦੇ ਵਿੱਚ ਕਿ ਆਪਣੀ ਐਗਜ਼ਿਸਟੈਂਸ ਪ੍ਰੂਵ ਕਰਨੀ ਮੈਨੂੰ 5 ਸਾਲ ਲੱਗ ਗਏ ਨੇ, ਹਜੇ ਮੈਂ ਸਿਰਫ ਸ਼ਾਰਟ ਫਿਲਮਸ ਬਣਾ ਰਿਹਾ। ਓਕੇ, ਤਾਂ ਆਪਣੀ ਐਗਜ਼ਿਸਟੈਂਸ ਪ੍ਰੂਵ ਕਰਨ 'ਚ ਮੈਨੂੰ 5 ਸਾਲ ਲੱਗ ਗਏ ਨੇ ਟੂ ਟੈਲ ਦ ਵਰਲਡ ਕਿ ਇੱਕ ਜਲੰਧਰ ਦੇ ਵਿੱਚ ਫਿਲਮ ਮੇਕਰ ਬੈਠਾ ਹੋਇਆ ਹੈ, ਉਹ ਵੀ ਫਿਲਮਾਂ ਬਣਾਉਂਦਾ ਹੈਗਾ। ਸੋ ਟੈਲੈਂਟ ਐਂਡ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਚੁੱਕਾ ਹੈ
ਤਾਂ ਸ਼ਾਰਟ ਫਿਲਮਸ ਕੀ ਹੁੰਦਾ ਕਿ ਜਿਹੜੇ ਫਰੈਸ਼ਰਸ ਹੁੰਦੇ ਨੇ ਉਹਨਾਂ ਨੂੰ ਐਕਸਪੋਜ਼ਰ ਮਿਲ ਜਾਂਦਾ ਹੈ, ਰਾਈਟ, ਠੀਕ ਹੈ। ਦੇयर ਇਜ਼ ਅ ਗਰੁੱਪ ਆਫ ਪੀਪਲ ਅਰਾਊਂਡ ਯੂ, yeah, ਠੀਕ ਹੈ, ਤੁਹਾਡੇ ਦੋਸਤ, ਤੁਹਾਡੇ ਯਾਰ, ਤੁਹਾਡੇ ਕਲੀਗਸ, ਤੁਹਾਡੇ ਰਿਸ਼ਤੇਦਾਰ, ਜਿਨ੍ਹਾਂ ਵੀ ਤੁਹਾਨੂੰ ਨਜ਼ਰ ਆਉਂਦਾ ਕਿ ਇਹ ਇੱਕ ਅੱਛਾ ਸਿੰਗਰ ਹੈ, ਇਹ ਇੱਕ ਅੱਛਾ ਐਕਟਰ ਹੈਗਾ। ਤਾਂ ਉਹ ਸੋਸ਼ਲ ਦੀਜ਼ ਸਮਾਲ ਫਿਲਮਸ, ਸ਼ਾਰਟ ਫਿਲਮਸ ਇਜ਼ ਅ ਵੈਰੀ ਈਜ਼ੀ ਮੀਡੀਅਮ ਐਗਜ਼ੈਕਟਲੀ, ਤੁਸੀਂ ਸਾਰਿਆਂ ਨੂੰ ਆਪਣੇ ਨਾਲ ਜੋੜਨ ਲਈ ਤੇ ਉਹਨਾਂ ਦੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਵੀ, ਐਂਡ ਨਾਲ ਨਾਲ ਇੱਕ ਜਿਹੜਾ ਸਾਡਾ ਸੋਸ਼ਲ ਕਾਜ਼ ਹੈ ਉਹ ਵੀ ਕੰਪਲੀਟ ਹੋ ਜਾਂਦਾ, ਫੁੱਲਫਿਲ ਹੋ ਜਾਂਦਾ। ਸ਼ੋਰ, ਸੋ that is the reason we go for the short films right now. all right. And if I talk about your first short film back in 2013, that is Chulla, ਉਹਦਾ feedback ਕੀ ਸੀ, like after uploading over net? ਚੁੱਲਾ ਮੂਵੀ ਮੇਰੀ ਪਹਿਲੀ ਮੂਵੀ ਸੀ ਜੀ, ਐਂਡ ਉਹ ਮੇਰੇ ਦਿਲ ਦੇ ਹਮੇਸ਼ਾ ਕਰੀਬ ਰਹੇਗੀ, ਕਿਉਂਕਿ ਜਿਹੜੀ ਪਹਿਲੀ ਚੀਜ਼ ਹੁੰਦੀ ਹੈ, ਲਾਈਕ ਦਿਸ ਇਜ਼ ਮਾਈ ਫਰਸਟ ਇੰਟਰਵਿਊ, ਰਾਈਟ, ਸੋ ਇਟ ਡਜ਼ਨਟ ਮੈਟਰ ਆਉਣ ਵਾਲੇ ਟਾਈਮ 'ਚ ਕਿੰਨੀਆਂ ਮੇਰੀ ਇੰਟਰਵਿਊਜ਼ ਹੋਣਗੀਆਂ, ਕਿੰਨੀਆਂ ਨਹੀਂ ਹੋਣਗੀਆਂ, ਮੈਂ ਕਿੰਨੀਆਂ ਮੂਵੀਜ਼ ਬਣਾ ਰਿਹਾ ਅੱਜ ਦੀ ਡੇਟ ਵਿੱਚ। ਚੁੱਲਾ ਮੇਰਾ ਇੱਕ ਪਹਿਲੀ ਮੂਵੀ ਸੀ, ਲੋਕਾਂ ਵੱਲੋਂ ਬਹੁਤ ਅੱਛਾ ਰਿਸਪੌਂਸ ਆਇਆ ਸੀ, ਰਾਈਟ, ਉਹ ਸਿੱਖ ਫਿਲਮ ਫੈਸਟੀਵਲ ਹੁੰਦਾ ਸਿੱਖਨੈਟ ਕਰਕੇ ਜੀ, ਤਾਂ ਉਸ ਫੈਸਟੀਵਲ ਦੇ ਵਿੱਚ ਅਸੀਂ ਉਹ ਮੂਵੀ ਭੇਜੀ ਸੀ। ਓਕੇ, ਤਾਂ ਉਹਨਾਂ ਵੱਲੋਂ ਵੀ ਟੌਪ 10 ਫਾਈਨਲਿਸਟ, ਆਈ ਗੈਸ 10 or 11 ਫਾਈਨਲਿਸਟ ਦੇ ਵਿੱਚ that movie was selected. oh wow, ਅੱਛਾ, so I got a very good response. ਜਦ ਤੁਹਾਨੂੰ ਕੋਈ ਅੱਛਾ ਐਪਰੀਸੀਏਸ਼ਨ ਮਿਲਦੀ ਹੈ, ਸ਼ੋਰ, ਤਾਂ ਤੁਹਾਡੀ ਮੋਟੀਵੇਸ਼ਨ ਹਾਈ ਹੋ ਜਾਂਦੀ ਹੈ। ਐਗਜ਼ੈਕਟਲੀ, ਸੋ ਯੈਸ ਆਫ ਕੋਰਸ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਸੀ ਉਸ ਮੂਵੀ ਦਾ, ਰਾਈਟ, ਜਿਹਦੇ ਕਰਕੇ ਯੂ نو ਜਰਨੀ ਅੱਗੇ ਸ਼ੁਰੂ ਹੋਈ ਹੈ। ਫॉर ਸ਼ੋਰ। ਹਰਜੀਤ, ਇਫ ਆਈ ਟਾਕ ਅਬਾਊਟ ਯੂਰ ਜਰਨੀ 2013 ਤੋਂ ਲੈ ਕੇ 2018 ਤੱਕ ਹੁਣ ਤੱਕ, ਤੁਹਾਡੇ ਪਰਸਨਲ ਪਰਸਨੈਲਿਟੀ ਦੇ ਵਿੱਚ ਕੀ ਗਰੋਥ ਆਈ ਹੈ, ਔਰ ਵਾਟ ਯੂ ਹੈਵ ਲਰਨਡ ਓਵਰ ਦ ਪੀਰੀਅਡ ਆਫ ਟਾਈਮ? ਬਹੁਤ, ਐਜ਼ ਅ ਪਰਸਨ ਮੈਂ ਬਹੁਤ ਮੈਚੁਰ ਹੋਇਆ, ਪੇਸ਼ੈਂਸ ਬਹੁਤ ਆਈ ਹੈ, ਓਕੇ, ਗੁੱਸਾ ਬਹੁਤ ਸ਼ਾਂਤ ਹੋਇਆ, ਹਾਂ, ਕਿਉਂਕਿ ਇਹ ਲਾਈਨ ਇੱਕ ਐਸੀ ਹੈ, ਜਿਸ ਬੰਦੇ ਵਿੱਚ ਗੁੱਸਾ ਬਹੁਤ ਹੈ ਨਾ, ਮੈਂ ਸਭ ਨੂੰ ਰეკਮੈਂਡ ਕਰਦਾ ਕਿ ਇਹਨੂੰ ਫਿਲਮ ਮੇਕਿੰਗ ਛੱਡ ਦੋ, ਅੱਛਾ ਪਾ ਦੋ, ਓਕੇ, ਕਿਉਂਕਿ ਇਹ ਲਾਈਨ ਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਐਟ ਵਰਸਟ ਸਿਨੈਰੀਓ, ਜਿੰਨਾ ਮਰਜ਼ੀ ਵਰਸਟ ਸਿਨੈਰੀਓ ਹੈਗਾ, ਕਿਉਂਕਿ ਤੁਸੀਂ ਇੱਕ ਇੱਕ ਬੰਦੇ ਨਾਲ ਡੀਲ ਕਰਨਾ ਹੈ, ਰਾਈਟ, ਸੋ ਐਜ਼ ਅ ਡਾਇਰੈਕਟਰ ਆਈ ਹੈਵ ਟੂ ਡੀਲ ਵਿਦ ਸੋ ਮੈਨੀ ਪੀਪਲ। ਤੋ ਕਈ ਵਾਰ ਮਾਹੌਲ ਐਸਾ ਹੁੰਦਾ ਹੈ ਕਿ ਜਾਂ ਤੇ ਤੁਸੀਂ ਗੁੱਸਾ ਕਰ ਲਓ, ਐਗਜ਼ੈਕਟਲੀ, ਆਪਣੀ ਮੂਵੀ ਬੰਦ ਕਰਵਾ ਲਓ, ਤੇ ਜਾਂ ਪੇਸ਼ੈਂਸ ਰੱਖ ਕੇ, ਠੀਕ ਹੈ ਨਾ, ਯੂ ਅਪਰੋਚ ਇਨ ਅ ਵੈਰੀ ਪੋਜ਼ਿਟਿਵ ਵੇ, ਐਗਜ਼ੈਕਟਲੀ, ਤੇ ਉੱਥੇ ਤੁਹਾਨੂੰ ਪੇਸ਼ੈਂਸ ਆ ਜਾਂਦੀ ਹੈ, ਤੁਹਾਨੂੰ ਗੁੱਸਾ ਕੰਟਰੋਲ ਕਰਨਾ ਆ ਜਾਂਦਾ ਹੈ। ਇਟ ਮੀਨਸ ਪਹਿਲਾਂ ਤੁਹਾਡੇ 'ਚ ਬਹੁਤ ਗੁੱਸਾ ਸੀ? ਸੀ, ਆਮ ਅ ਯੰਗ ਗਾਏ, ਸਭ ਦੇ ਵਿੱਚ ਹੁੰਦਾ ਹੈ, ਠੀਕ ਹੈ ਨਾ, ਤੁਹਾਡੇ ਵਿੱਚ ਵੀ ਹੋਏਗਾ, ਐਵਰੀਬਾਡੀ ਹੈਜ਼ ਦਿਸ ਐਂਗਰ, ਜਿਹੜਾ ਗੁੱਸਾ ਹੁੰਦਾ ਹੈ, ਐਗਜ਼ੈਕਟਲੀ, ਪਰ ਨਜਾਇਜ਼ ਗੁੱਸਾ ਨਹੀਂ ਸੀ ਕਦੀ ਵੀ, ਪਰ ਗੁੱਸਾ ਆ ਜਾਂਦਾ ਸੀ, ਛੋਟੀ ਛੋਟੀ ਗੱਲ ਤੇ ਈਗੋ ਆ ਜਾਣੀ, ਓਕੇ, ਠੀਕ ਹੈ ਨਾ, ਤਾਂ ਮਤਲਬ ਕੋਈ ਸ਼ਰਮ ਨਹੀਂ ਇਸ ਗੱਲ ਨੂੰ ਐਕਸੈਪਟ ਕਰਦੇ ਹੋਏ, ਰਾਈਟ, ਬਟ ਨਾਓ ਵਿਦ ਓਵਰ ਦਾ ਟਾਈਮ, ਜਿਵੇਂ ਜਿਵੇਂ ਇਸ ਜਰਨੀ 'ਚ ਮੈਂ ਅੱਗੇ ਵੱਧ ਰਿਹਾ, ਆਈ ਐਮ ਲਰਨਿੰਗ ਅ ਲੋਟ ਆਫ ਥਿੰਗਸ ਨਾਓ, ਓਕੇ, ਪੇਸ਼ੈਂਸ ਬਹੁਤ ਆ ਗਈ ਹੈ, ਗੁੱਸਾ ਬਹੁਤ ਕੰਟਰੋਲ ਹੋ ਗਿਆ ਹੈ, ਐਂਡ ਲੋਕਾਂ ਨੂੰ ਦੇਖਣ ਦਾ ਨਜ਼ਰੀਆ, ਜੱਜ ਕਰਨ ਦਾ ਨਜ਼ਰੀਆ ਬਹੁਤ ਬਦਲ ਗਿਆ ਹੈ, ਰਾਈਟ, ਸੋ ਯੈਸ, ਪੋਜ਼ਿਟਿਵ ਹੋ ਗਿਆ, ਬਹੁਤ ਪੋਜ਼ਿਟਿਵ ਹੋ ਗਿਆ ਹੈ ਨਾ, ਓਕੇ। ਇਫ ਆਈ ਟਾਕ ਗੁੱਸੇ ਦੀ ਮੈਂ ਗੱਲ ਕਰਦਾ, ਤੁਹਾਡੀ ਫਿਲਮ ਇੰਪੈਕਟ, ਸ਼ਾਰਟ ਮੂਵੀ ਇੰਪੈਕਟ ਦੇ ਵਿੱਚ ਆਈ ਰੀਕਾਲ ਅ ਸੀਨ ਜਦੋਂ ਫੁੱਟਬਾਲਰਸ ਦ ਯੂਥ ਇਜ਼ ਪਲੇਇੰਗ ਫੁੱਟਬਾਲ, ਐਂਡ ਉਦੋਂ ਦੋ ਮੁੰਡੇ ਆਪਸ 'ਚ ਹਿੱਟ ਕਰ ਦਿੰਦੇ ਇੱਕ ਦੂਜੇ ਨੂੰ, ਐਂਡ ਦੈਨ ਉਹਨਾਂ ਦੀ ਮਦਰ ਜਿਹੜੀ ਹੈ, ਹੀ ਰੀਕਾਲਸ ਦ ਲਰਨਿੰਗਸ ਆਫ ਗੁਰੂ ਗ੍ਰੰਥ ਸਾਹਿਬ ਕੇ ਜਾਂ ਤੇ ਰੱਬ ਦਾ ਸਾਥ ਲੈ ਲੈ ਜਾਂ ਗੁੱਸੇ ਦਾ ਸਾਥ ਲੈ ਲੈ। ਉਸੇ ਪੁਆਇੰਟ ਨੂੰ ਜੇ ਮੈਂ ਤੁਹਾਡੇ ਉੱਪਰ ਰੱਖਾਂ, ਤੁਸੀਂ ਜਿਵੇਂ ਕਿਹਾ ਕਿ ਮੈਨੂੰ ਗੁੱਸਾ ਆਉਂਦਾ ਹੁੰਦਾ ਸੀ, ਕੋਈ ਇੱਦਾਂ ਦਾ ਇਨਸੀਡੈਂਟ ਸ਼ੇਅਰ ਕਰੋ ਜਿੱਥੇ ਯੂ ਹੈਵ ਪਰਸਨਲੀ ਉਹ ਚੀਜ਼ ਤੁਹਾਨੂੰ ਪ੍ਰੈਕਟੀਕਲੀ ਅਪਰੋਚ ਕੀਤਾ ਹੋਵੇ। many a time, then gusse cho then you recalled the sayings of God, not recalled actually, ਜਿਹੜੀ ਇੰਪੈਕਟ ਮੂਵੀ ਹੈ, ਇਹਦੀ ਇਨਸਪੀਰੇਸ਼ਨ ਮੈਨੂੰ ਆਈ ਸੀ, I had an argument, ਮੇਰੇ ਕਿਸੇ ਕਜ਼ਨ ਦੇ ਨਾਲ ਆਰਗੂਮੈਂਟ ਹੋਈ ਸੀ ਕਿ ਮੀਡੀਆ ਦਾ ਬਹੁਤ ਵੱਡਾ ਕਸੂਰ ਹੈ, ਓਕੇ, ਕਿ ਸਾਡੇ ਜਿਹੜੇ ਬੱਚੇ ਨੇ, ਠੀਕ ਹੈ, ਉਹ ਆਪਣੇ ਅਸੀਂ ਅਗਰ ਮੀਡੀਆ ਅੱਗੇ ਵੱਧ ਕੇ, ਜਸਟ ਨਾਟ ਅਬਾਊਟ ਸਿੱਖਿਜ਼ਮ, ਠੀਕ ਹੈ, ਅਗਰ ਮੀਡੀਆ ਸਾਨੂੰ ਅੱਛੀ ਚੀਜ਼ਾਂ ਸਿਖਾਏਗਾ ਤੇ ਬੱਚੇ ਅੱਛੇ ਸਿੱਖਣਗੇ, ਤੇ ਮੀਡੀਆ ਗਲਤ ਚੀਜ਼ ਸਿਖਾ ਰਿਹਾ ਤਾਂ ਬੱਚੇ ਗਲਤ ਅਡਾਪਟ ਕਰਨਗੇ। ਹਾਂ, ਤਾਂ ਆਈ ਅਪੋਜ਼ਡ, ਮੈਂ ਕਿਹਾ ਕਿ ਨਹੀਂ, ਓਕੇ, ਤੁਸੀਂ ਮੀਡੀਆ ਨੂੰ ਗਲਤ ਨਹੀਂ ਕਹਿ ਸਕਦੇ। ਮੇਰੀ ਮਦਰ, ਮੇਰੇ ਫਾਦਰ ਸਾਹਿਬ, I had this one incident,
Okay. तो ਮੇਰੇ ਫਾਦਰ ਤੇ ਮੈਂ ਅਸੀਂ ਸਕੂਟਰ ਤੇ ਜਾ ਰਹੇ ਸੀ ਮੈਂ 13 ਸਾਲ ਦਾ ਸੀ ਜਦ ਮੇਰੇ ਫਾਦਰ ਦੀ ਡੈਥ ਹੋ ਗਈ ਸੀ Oh, sorry. ਤੋ ਆਈ ਸਟਿਲ ਰਿਮੈਂਬਰ ਦਿਸ ਇਨਸੀਡੈਂਟ ਮੈਂ 10 ਸਾਲ ਦਾ ਹੋਵਾਂਗਾ ਆਈ ਗੈਸ ਐਂਡ ਅਸੀਂ ਸਕੂਟਰ ਤੇ ਜਾ ਰਹੇ ਸੀ ਤਾਂ ਪੰਜਾਬੀਆਂ ਦੀ ਨਾ ਇੱਕ ਬੜੀ ਮੰਨੀ ਹੋਈ ਆਦਤ ਹੈਗੀ ਹੈ ਕਿ ਜਦ ਆਮਣੇ ਸਾਹਮਣੇ ਦੋ ਗੱਡੀਆਂ ਰੁਕ ਜਾਣ ਜਾਂ ਦੋ ਸਕੂਟਰ ਰੁਕ ਜਾਣ ਤੇ ਨਾ ਦੂਜਾ ਬੰਦਾ ਈਗੋ ਤੇ ਆ ਜਾਂਦਾ ਤੂੰ ਪਿੱਛੇ ਕਰ ਲੈ ਤੂੰ ਉਹ ਕਰ ਲੈ Right. तो द सेम इंसिडेंट हैपेंड विद माई फादर ऑल्सो Okay. तो ਅਸੀਂ ਆ ਰਹੇ ਸੀ ਤਾਂ ਉਹਨੇ ਕਿਧਰੇ ਦੋ ਸਕੂਟਰ ਆਮਣੇ ਸਾਹਮਣੇ ਜਿਸ ਤਰ੍ਹਾਂ ਮੋੜ ਕੱਟ ਰਹੇ ਆ ਤੇ ਉਹ ਆਮਣੇ ਸਾਹਮਣੇ ਆ ਗਏ ਤੇ ਉਹ ਦੂਜੇ ਬੰਦੇ ਨੇ ਆਊਟ ਆਫ ਐਂਗਰ ਗਾਲ ਕੱਢਤੀ ਮੇਰੇ ਫਾਦਰ ਸਾਹਿਬ ਨੂੰ Okay. तो ही वॉज वेरी पोलाइट Uh-huh. एंड ही सैड कि ना मैं तेरी गाल लित्ती ਤੇ ਨਾ ਮੈਨੂੰ ਫਰਕ ਪਿਆ Uh-huh. ਠੀਕ ਹੈ तो ਉਹਨੂੰ ਹੀ ਲੱਗ ਗਈ हाँ एग्जैक्टली मतलब ਇਹਨਾਂ ਨੇ ਸਮਾइल देती हाँ मेरे फादर साहब ने बड़े प्यार ਨਾਲ ਸਮਾइल ਦੇ ਕੇ ਹਾਂ ਮਤਲਬ ਉਹਨੂੰ ਕੁਝ ਨਹੀਂ ਕਿਹਾ ਰਾਈਟ ਉਹਦਾ ਇੰਪੈਕਟ ਹੈ ਪਿਆ ਕਿ ਉਸ ਬੰਦੇ ਨੇ ਉਹ ਮੁੰਡਾ ਨੌਜਵਾਨ ਸੀ ਕਾਫੀ ਯੰਗ ਮੁੰਡਾ ਸੀ ਐਂਡ ਉਹਨੇ ਸੌਰੀ ਮੰਗ ਲਈ ਇਮੀਡੀਏਟਲੀ ਐਗਜ਼ੈਕਟਲੀ ਨਹੀਂ ਅੰਕਲ ਜੀ ਸੌਰੀ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ that's ਐਂਡ what we learn this attitude is ਦਿਸ what- ਇਜ਼ ਐਗਜ਼ੈਕਟਲੀ yeah. ਤੋ ਉਹ ਜਿਹੜਾ ਉਹ ਐਲੀਮੈਂਟ ਸੀ ਉਹ ਮੇਰੇ ਦਿਮਾਗ 'ਚ ਐਸਾ ਬੈਠਿਆ right ਤੋ ਵਿਦ ਓਵਰ ਦ ਟਾਈਮ ਹੁਣ ਵੀ ਅਗਰ ਮੈਨੂੰ ਕਦੇ ਗੁੱਸਾ ਆਉਂਦਾ ਹੈ ਤੋ ਗੁੱਸਾ ਦੇਖੋ ਸਿਰਫ 1 ਮਿੰਟ ਦਾ ਹੁੰਦਾ ਹੈ ਆਈਦਰ ਯੂ ਕੈਨ ਇਟ ਇਜ਼ ਯੋਰ ਡਿਸੀਜਨ ਆਈਦਰ ਯੂ ਕੈਨ ਕੰਟਰੋਲ ਇਟ exactly ਔਰ ਜਾਂ ਤੁਸੀਂ ਨਿਕਾਲ ਲਓ make it or break it sort of. ਐਗਜ਼ੈਕਟਲੀ yeah ਅਗਰ ਤੁਸੀਂ ਰੋਕ ਲੈਂਦੇ ਹੋ ਤਾਂ ਉਹਦੇ ਕੌਨਸੀਕੁਐਂਸਸ ਡਿਫਰੈਂਟ ਹੋਣਗੇ ਉਸ 1 ਮਿੰਟ ਦੇ ਗੁੱਸੇ ਲਈ right ਐਂਡ ਉਸ ਗੁੱਸੇ ਵਿੱਚ ਅਸੀਂ ਸਿਰਫ ਆਪਣਾ ਈਗੋ ਸੈਟੀਸਫਾਈ ਕਰ ਰਹੇ ਹੁੰਦੇ ਹਾਂ yeah ਨੋਬਡੀ ਕੇਅਰਸ ਠੀਕ ਹੈ ਕੰਵਰ ਨੂੰ ਗੁੱਸਾ ਆਇਆ ਨੋਬਡੀ ਕੇਅਰਸ ਹਰਜੀਤ ਨੂੰ ਗੁੱਸਾ ਆਇਆ ਨੋਬਡੀ ਕੇਅਰਸ ਕਿਸੇ ਨੂੰ ਕੀ ਲੈਣਾ ਦੇਣਾ ਠੀਕ ਹੈ ਨਾ ਮੈਂ ਕਿਸੇ ਦਾ ਘਰ ਚਲਾ ਰਿਹਾ ਨਾ ਕੋਈ ਮੇਰਾ ਘਰ ਚਲਾ ਰਿਹਾ right but ਆਪਸ ਚ ਜੋ ਰਿਲੇਸ਼ਨ ਖਰਾਬ ਹੋਏਗਾ that matters ਤੁਹਾਡੀ ਸਰਾਊਂਡਿੰਗਸ ਖਰਾਬ ਹੋ ਜਾਂਦੀ ਹੈ ਹਾਂ ਠੀਕ ਹੈ ਤਾਂ ਉਸ ਇੱਕ ਛੋਟੇ ਜਿਹੇ ਈਗੋ ਕਰਕੇ ਅਸੀਂ ਕਈ ਵਾਰ ਆਪਣੀ ਲਾਈਫ ਇੰਨੀ ਕੋਈ ਪੈਥੈਟਿਕ ਕਰ ਦਿੰਦੇ ਹਾਂ ਐਂਡ ਲੇਟਲੀ ਫਿਰ ਅਸੀਂ ਰੱਬ ਨੂੰ ਕੋਸਦੇ ਹਾਂ ਐਗਜ਼ੈਕਟਲੀ ਮੇਰੇ ਨਾਲ ਕਿਉਂ ਮੇਰੀ ਕਿਸਮਤ ਕਿਉਂ ਮਾੜੀ ਹੈਗੀ ਹੈ ਮਤਲਬ these things ਕਸੂਰ ਆਪਣਾ ਹੁੰਦਾ ਹੈ but we blame him ਵੀ ਬਲੇਮ ਇੱਕ ਉਸ ਪਲ ਭਰ ਦੀ ਈਗੋ ਵਾਸਤੇ yeah ਤੋ ਮੇਰੇ ਨਾਲ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਸੀ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਬਹੁਤ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਈ ਸੀ ਸਾਡੀ ਲਾਈਫ ਦੇ ਵਿੱਚ okay ਐਂਡ ਉਹਨਾਂ ਫਾਈਨਲ ਜਿਹੜੀ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਅਸੀਂ ਹਜੇ ਉੱਭਰ ਰਹੇ ਸੀ ਉਸ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ तो आई स्टार्टेड माई एडवर्टाइजमेंट बिजनेस okay तो बहुत छोटी उम्र में मैं बिजनेस करना शुरू करता सी तो मैं 20 साल का सी व्हेन आई स्टार्टेड माई बिजनेस okay वो बिजनेस रब की कृपा नाल इन्ना सोहना चलिया एंड विद इन 1 ईयर देखते yeah कि जिथे असी एक फाइनैंशियल क्राइसिस चल रही सी उत्थे मेरी इनकम वॉज मोर दैन अबव 60,000 पर मंथ that's nice ठीक है सडनली द लाइफ वॉज चेंज्ड ठीक है मैं कार ले ली and things were getting better so reason is one I guess the positive approach there's nothing positive approach I tell you the reason about तो ਉਹ 20 ਸਾਲ ਦੀ ਉਮਰ ਦੇ ਵਿੱਚ as when I started getting this business yeah ਮੇਰੇ ਅੰਦਰ ਜਿਹੜੀ ਸਭ ਤੋਂ ਪਹਿਲੀ ਚੀਜ਼ ਆਈ ਸੀ ਉਹ ਸੀ ਈਗੋ okay I was small ਪੈਸਾ ਆ ਰਿਹਾ ਸੀ तो ਈਗੋ ਵੀ ਆਉਂਦੀ ਹੈ तो बट आई wasn't realizing कि जो दे रहा है रब वो ले भी सकता है वापस within a fraction of second yeah एंड जब ਤੁਸੀਂ ਰੱਬ ਦੇ ਕਲੋਜ਼ ਹੁੰਦੇ ਹੋ ਨਾ ਹਾਂ ਇਹ ਲੋਕਾਂ ਦਾ ਬਹੁਤ ਵੱਡਾ ਵਹਿਮ ਹੈ ਕਿ ਯਾਰ ਤੁਸੀਂ ਮੰਦਿਰ ਗੁਰਦੁਆਰੇ ਜਾਓ ਤੁਹਾਨੂੰ ਸੁੱਖ ਮਿਲੇਗਾ ਤੁਹਾਡੇ ਦੁੱਖ ਦਰਦ ਦੂਰ ਹੋ ਜਾਣਗੇ ਠੀਕ ਹੈ ਯੈਸ ਦੁੱਖ ਦਰਦ ਦੂਰ ਹੁੰਦੇ ਨੇ ਪਰ ਸਭ ਤੋਂ ਪਹਿਲੇ ਦੁੱਖ ਆਉਂਦੇ ਨੇ ਕਿਉਂਕਿ ਰੱਬ ਤੁਹਾਡੀ ਤਕਲੀਫਾਂ ਨੂੰ ਜਿਹੜੀਆਂ ਬਿਕੋਜ਼ ਰੱਬ ਤੁਹਾਨੂੰ ਠੀਕ ਕਰ ਰਿਹਾ ਹੁੰਦਾ ਹੈ ਸਰਕਲ ਹੈ ਐਗਜ਼ੈਕਟਲੀ तो मेरे नाल वही होया मतलब मैं बहुत मतलब आई एम अ वेरी स्पिरिचुअल पर्सनैलिटी जो रब नूं बहुत मनण वाला बंदा है रब तो डरन वाला बंदा है एंड वो 1 साल मैं इन्ना अच्छा अर्न करना शुरू हो गया सी कि जेड़े मेरे क्लाइंट्स हैगे सी ठीक है वो जेड़े क्लाइंट्स हैगे सी अगर मैनूं थोड़ा जिहा भी औखा हो के बोलदे सी मैं उनका काम करना बंद कर दिंदा सी okay सिर्फ अपनी ओन सैटिस्फैक्शन वास्ते नॉट अंडरस्टैंडिंग कि भी उन्हों का जोड़ा मूड खराब हो सकता है उन्होंने बिना जज किए
ਸਿਰਫ ਆਪਣੀ ਈਗੋ ਲੈ ਕੇ ਤੋਂ ਮੈਂ ਆਪਣਾ ਐਟੀਟਿਊਡ ਦਿਖਾ ਦਿੰਦਾ ਸੀ। ਉਹਦੇ ਕੌਨਸੀਕੁਐਂਸਿਸ ਕੀ ਹੋਏ ਕਿ ਮੇਰਾ ਜਿਹੜਾ ਇੰਨਾ ਅੱਛਾ ਬਿਜ਼ਨਸ ਚੱਲਣਾ ਸ਼ੁਰੂ ਹੋਇਆ ਸੀ ਉਹ ਸਾਰਾ ਠੱਪ ਹੋ ਗਿਆ। ਜਿਹੜਾ ਮੇਰਾ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਮੈਂ ਦੁਬਾਰਾ ਰੀਗੇਨ ਕਰਨਾ ਸ਼ੁਰੂ ਕੀਤਾ ਸੀ, ਮੈਂ ਵਾਪਸ ਉਸੇ ਜਰਨੀ ਦੇ ਵਿੱਚ ਵਾਪਸ ਉਸੇ ਜਗ੍ਹਾ ਕ੍ਰੈਸ਼ ਹੋ ਗਿਆ। ਐਂਡ ਦੈਨ ਆਈ ਲਰਨਡ, ਉਸ ਤੋਂ ਬਾਅਦ ਕਾਫੀ ਸਾਲ ਲੱਗੇ ਮੈਨੂੰ ਦੁਬਾਰਾ ਖੜੇ ਹੋਣ ਦੇ ਵਿੱਚ। ਬਟ ਆਈ ਲਰਨਡ ਇਨ ਅ ਹਾਰਡ ਵੇ ਕਿ ਗੁੱਸਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ। ਸੋ ਐਸੇ ਛੋਟੇ ਛੋਟੇ ਇਨਸੀਡੈਂਟਸ ਬਹੁਤ ਹੁੰਦੇ ਰਹਿੰਦੇ ਨੇ, ਈਵਨ ਨਾਓ ਡੇਜ਼ ਵੀ ਹੁੰਦੇ ਨੇ। ਕਈ ਵਾਰ ਤੁਹਾਡੀ ਬਹਿਸ ਹੋ ਜਾਂਦੀ ਕਿਸੇ ਨਾਲ, ਕਿਸੇ ਦੋਸਤ ਦੇ ਨਾਲ ਹੋ ਜਾਂਦੀ, ਕਿਸੇ ਤੁਹਾਡੇ ਰਿਲੇਟਿਵ ਦੇ ਨਾਲ ਹੋ ਜਾਂਦੀ ਹੈ, ਬਟ ਆਈ ਆਲਵੇਜ਼ ਪ੍ਰੈਫਰ ਨਾਟ ਟੂ ਸਟੇ ਕਾਮ। ਮੈਂ ਅਵੋਇਡ ਕਰ ਦਿੰਦਾ ਉਹ ਸੀਨ, ਕੋਸ਼ਿਸ਼ ਕਰਦਾ ਇਗਨੋਰ ਕਰ ਦਿੰਦਾ। ਸੋ ਮੇਰੀ ਫਰਸਟ ਚੋਇਸ ਹੁੰਦੀ ਹੈ ਟੂ ਰਿਮੇਨ ਕਾਮ ਐਂਡ ਇਸ ਮਾਹੌਲ ਨੂੰ ਠੰਡਾ ਕਰਨਾ। Because see, the final thing is your peace of mind. Exactly. ਜੇ ਮਨ ਨਹੀਂ ਸ਼ਾਂਤ ਨਹੀਂ ਹੈ, no work will be successful. ਤੁਸੀਂ ਕੁਝ ਨਹੀਂ ਕਰ ਸਕਦੇ। Exactly. That's true. Right. Okay, ਹਰਜੀਤ ਜੀ, if I talk about your movie Impact, ਉਹਦੇ ਵਿੱਚ ਜਿਵੇਂ ਮਦਰਸ ਆਪਣੇ ਚਿਲਡਰਨ ਨੂੰ ਟੀਚਿੰਗਸ ਦਿੰਦੇ ਨੇ at various occasions, ਜੇ ਮੈਂ ਅੱਜ ਦੀ ਗੱਲ ਕਰਾਂ, ਡੂ ਯੂ ਥਿੰਕ ਕਿ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਅਸੀਂ ਬੱਚਿਆਂ ਨੂੰ ਸਿਖਾਉਂਦੇ ਹੈਲੋ ਹਾਈ ਗੁੱਡ ਮਾਰਨਿੰਗ, ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਾਂ ਹਾਲੇ ਵੀ, ਮੇਰੇ ਰਿਲੇਟਿਵਸ ਨੇ ਉਹ ਵੀ ਹਾਲੇ ਬੱਚਿਆਂ ਨੂੰ ਸਿਖਾਉਂਦੇ ਆ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡੂ ਯੂ ਥਿੰਕ ਦੇयर ਇਜ਼ ਅ ਚੇਂਜ ਟੁਡੇ, ਇਟਸ ਅ ਰਿਐਲਿਟੀ? ਦੇਖੋ, ਮੈਂ ਇਸ ਚੀਜ਼ ਨੂੰ ਬੁਰਾ ਨਹੀਂ ਮੰਨਦਾ ਕਿ ਤੁਸੀਂ ਹਾਈ ਗੁੱਡ ਮਾਰਨਿੰਗ, ਠੀਕ ਹੈ, ਹੋਰ ਕਲਚਰਸ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ ਬੱਚਿਆਂ ਨੂੰ, ਠੀਕ ਹੈ। ਲੇਕਿਨ ਯੈਸ, ਇਹ ਦੁੱਖ ਜ਼ਰੂਰ ਲੱਗਦਾ ਕਿ ਵੈਨ ਸਰਦਾਰਾਂ ਦੇ ਬੱਚੇ ਹੋ ਕੇ, ਜਾਂ ਇਟਸ ਨਾਟ ਅਬਾਊਟ ਸਰਦਾਰਾਂ ਦੇ, ਇਟਸ ਅਬਾਊਟ ਪੰਜਾਬੀ, ਠੀਕ ਹੈ ਨਾ। ਤੋ ਪੰਜਾਬੀ ਹੋ ਕੇ, ਇਟ ਡਜ਼ਨਟ ਮੈਟਰ ਫਰੋਮ ਵਿਚ ਰਿਲੀਜਨ ਯੂ ਬਿਲੋਂਗ ਟੂ, ਉਹ ਪੰਜਾਬੀ ਹੋ ਕੇ ਤੁਸੀਂ ਜਦ ਘਰ ਵਿੱਚ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਬੱਚਿਆਂ ਨੂੰ, ਠੀਕ ਹੈ, ਅਤੇ ਉਹ ਸਵੇਰੇ ਉੱਠ ਕੇ ਆਪਣੇ ਮਦਰਸ ਨੂੰ, ਆਪਣੇ ਫਾਦਰ ਸਾਹਿਬ ਨੂੰ ਇੰਗਲਿਸ਼ ਵਿੱਚ ਗੱਲ ਕਰ ਰਹੇ ਨੇ, hey bro, hey brother, hi, yeah. So okay, this is good. ਹੋਰ ਕਲਚਰ ਬਾਰੇ ਤੁਹਾਨੂੰ ਹੋਣਾ ਚਾਹੀਦਾ, ਲੇਕਿਨ ਆਪਣੇ ਕਲਚਰ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ। ਆਪਣੀ ਉਹ ਜਿਹੜੀ ਭਾਸ਼ਾ ਹੈਗੀ ਹੈ, ਕਿਉਂਕਿ ਐਜ਼ ਆਈ ਟੋਲਡ ਯੂ ਕਿ ਕਿਸੇ ਵੀ ਰਿਲੀਜਨ ਦੀ, ਕਿਸੇ ਵੀ ਨੌਲੇਜ ਦੀ, ਕਿਸੇ ਵੀ ਵਿਜ਼ਡਮ ਦੀ, ਕਿਸੇ ਤਰ੍ਹਾਂ ਦੀ ਵੀ, ਉਹਦਾ ਜਿਹੜਾ ਬੇਸ ਹੁੰਦਾ ਹੈ ਉਹ ਹੁੰਦੀ ਹੈ ਮਾਂ ਬੋਲੀ। ਮਾਂ ਬੋਲੀ ਜਿਹੜੀ ਹੈਗੀ ਹੈ ਤੁਹਾਡਾ, ਉਹ ਬੇਸ ਬਣਾਉਂਦੀ ਹੈ, ਉਹ ਪੱਕੀ ਕਰਦੀ ਹੈ। ਸੋ ਯੈਸ, ਆਫ ਕੋਰਸ I understand. And if I talk about foreign countries, do you think ਜਿਹੜੀਆਂ short movies ਤੁਸੀਂ ਬਣਾਉਂਦੇ ਹੋ, those are more acceptable in those countries rather than in India? ਨਹੀਂ, I'll differ on this part. ਮੇਰੀ ਜਿਹੜੀ ਮੂਵੀਜ਼ ਹੁੰਦੀਆਂ, ਠੀਕ ਹੈ, ਇੰਡੀਆ ਵਿੱਚ ਵੀ ਉਨਾ ਹੀ ਪਿਆਰ ਮਿਲ ਰਿਹਾ ਉਹਨਾਂ ਨੂੰ ਜਿੰਨਾ ਬਾਹਰ ਮਿਲ ਰਿਹਾ। ਨੈਚੁਰਲੀ ਬਾਹਰ ਦੇ ਲੋਕ ਆਪਣੇ ਦੇਸ਼ ਤੋਂ ਦੂਰ ਹੈਗੇ ਨੇ, ਮਿਸ ਕਰਦੇ ਨੇ। ਤਾਂ ਯੈਸ, ਉਹਨਾਂ ਦਾ ਜਿਹੜਾ ਪਿਆਰ ਹੈ ਟੂਵਰਡਸ ਥੀਸ ਕਾਈਂਡ ਆਫ ਮੂਵੀਜ਼ ਉਹ ਜ਼ਿਆਦਾ ਹੈ, ਠੀਕ ਹੈ। ਲੇਕਿਨ ਮੈਂ ਇਹ ਗਲਤ ਹੋਏਗਾ ਕਹਿਣਾ ਕਿ ਇੰਡੀਆ ਦੇ ਵਿੱਚ ਪਿਆਰ ਨਹੀਂ ਮਿਲ ਰਿਹਾ। ਇੰਡੀਆ 'ਚ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਐਂਡ ਬਹੁਤ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਮੇਰੀ ਮੂਵੀਜ਼ ਨੂੰ, ਤਾਂ ਐਸਾ ਕੁਛ ਨਹੀਂ ਹੈ। ਓਕੇ ਹਰਜੀਤ ਜੀ, ਮੂਵਿੰਗ ਟੂ ਦ ਨੈਕਸਟ ਕੁਐਸਚਨ, ਇਫ ਆਈ ਟਾਕ ਅਬਾਊਟ ਰੁਪੀਜ਼ ਆਫ ਗੋਡ, ਉਹਦੇ ਵਿੱਚ ਗੱਲ ਕੀਤੀ ਗਈ ਹੈ ਕਿਸਮਤ ਦੀ, ਰਾਈਟ, ਕਿ ਜੋ ਕਿਸਮਤ 'ਚ ਹੈ ਉਹ ਮਿਲਣਾ ਹੀ ਹੈ, right? According to you, being a director and being a human first, do you believe in kismat or karma? ਦੇਖੋ, ਇਟ ਇਜ਼, ਅਗਰ ਅਸੀਂ ਹੁਣ ਇਸ ਟੌਪਿਕ 'ਤੇ ਗੱਲ ਕਰਨੀ ਸ਼ੁਰੂ ਕਰਾਂਗੇ ਤਾਂ ਰਾਤ ਪੈ ਜਾਏਗੀ, ਠੀਕ ਹੈ। ਇਟਸ ਅ ਵੈਰੀ ਲੌਂਗ ਡਿਸਕਸ਼ਨ, ਠੀਕ ਹੈ। ਉਸ ਮੂਵੀ ਦੇ ਵਿੱਚ ਜੋ ਮੇਰਾ ਦਿਖਾਉਣ ਦਾ ਮੋਟਿਵ ਸੀ, ਠੀਕ ਹੈ, ਕਿ ਉਹਦੇ ਵਿੱਚ ਬਹੁਤ ਸਾਰੇ ਮੀਨਿੰਗ ਨਿਕਲਦੇ ਨੇ, ਠੀਕ ਹੈ। ਮੈਨੂੰ ਬਹੁਤ ਸਾਰੇ ਲੋਕਾਂ ਕੋਲੋਂ ਬਹੁਤ ਡਿਫਰੈਂਟ ਮੀਨਿੰਗ ਸੁਣਨ ਨੂੰ ਮਿਲੇ ਨੇ। ਸੋ ਆਈ ਲਾਈਕਡ ਇਟ ਕਿ ਲੋਕਾਂ ਨੇ, ਪੀਪਲ ਆਸਕਡ ਮੀ ਕਿ ਤੁਸੀਂ ਇਹਨੂੰ ਸਾਇਲੈਂਟ ਕਿਉਂ ਰੱਖਿਆ ਮੂਵੀ ਨੂੰ। ਤਾਂ ਮੈਂ ਕਿਹਾ ਇਸ ਕਰਕੇ ਕਿ ਹਰ ਕੋਈ ਜੋ ਮੂਵੀ ਦੇਖੇ ਉਹ ਆਪਣੇ ਹਿਸਾਬ ਨਾਲ, ਕਿਉਂਕਿ ਉਹਦੇ ਵਿੱਚ ਕਾਫੀ ਲਾਈਫਸ ਦਿਖਾਈਆਂ ਮੈਂ, ਠੀਕ ਹੈ। ਤਾਂ ਉਹ ਮੂਵੀ ਦਾ ਮੋਟਿਵ ਕੀ ਸੀ ਕਿ ਅਸੀਂ ਕਈ ਵਾਰ ਰੱਬ ਨੂੰ ਦੋਸ਼ ਦਿੰਦੇ ਹਾਂ। ਬਹੁਤ ਵਾਰ ਹੁੰਦਾ ਕਿ ਸਾਡੇ ਹੱਥ ਵਿੱਚ ਕੋਈ ਓਪਰਚੁਨਿਟੀ ਆ ਰਹੀ ਹੁੰਦੀ ਹੈ ਐਂਡ ਸਡਨਲੀ ਉਹ ਸਾਡੇ ਹੱਥ ਤੋਂ ਚਲੇ ਜਾਂਦੀ ਹੈ, ਠੀਕ ਹੈ। ਐਂਡ ਉਹਦਾ ਦੋਸ਼ ਕਿਹਨੂੰ ਦਿੰਦੇ ਆ ਅਸੀਂ? ਰੱਬ ਨੂੰ ਜਾਂ ਕਿਸਮਤ ਨੂੰ। ਸੋ ਇਹ ਮੂਵੀ ਬਣਾਉਣ ਦਾ ਪਰਪਸ ਆਈ ਸੀ ਟੂ ਮੋਟੀਵੇਟ ਦੈਮ ਕਿ ਤੁਹਾਡੇ ਦੁੱਖ ਨਾਲੋਂ ਜਾਂ ਤੁਹਾਡੀ ਖੁਸ਼ੀ, ਅਗਰ ਤੁਹਾਨੂੰ ਇੱਕ ਚੀਜ਼ ਦੀ ਖੁਸ਼ੀ ਨਹੀਂ ਮਿਲੀ ਜਾਂ ਇੱਕ ਚੀਜ਼ ਤੁਹਾਡੇ ਤੋਂ ਛੀਨੀ ਲਿੱਤੀ ਗਈ, ਰੱਬ ਨੇ ਛੀਨ ਲਿਆ ਤੁਹਾਡੇ ਕੋਲੋਂ, ਤੇ ਕਿਸੇ ਦਾ ਭਲਾ ਹੋਣਾ ਹੈ ਐਂਡ ਯੂ ਜਸਟ ਵੇਟ ਫॉर योर टर्न। ਵੇਟ ਕਰੋ, ਮਤਲਬ ਆਪਣੇ ਕਰਮ ਤੇ ਜ਼ਰੂਰੀ ਹੈਗੇ ਨੇ,
ਉਹ ਬੱਚਾ ਸਵੇਰ ਤੋਂ ਲੈ ਕੇ ਇਫ ਯੂ ਹੈਵ ਸੀਨ ਰੂਪੀਜ਼ ਆਫ ਗॉड ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕਰਮ ਕਰ ਰਿਹਾ ਠੀਕ ਹੈ ਨਾ ਚਲੋ ਭੀਖ ਮੰਗ ਰਿਹਾ ਜਾਂ ਵਾਟ ਐਵਰ ਹੀ ਇਜ਼ ਡੂਇੰਗ ਉਹ ਆਪਣਾ ਹੱਥ ਪੈਰ ਚਲਾ ਰਿਹਾ ਠੀਕ ਹੈ ਤਾਂ ਯੈਸ ਐਂਡ ਆਫ ਦਾ ਡੇ ਉਹਨੂੰ ਉਹ ਚੀਜ਼ ਮਿਲ ਜਾਂਦੀ ਹੈ ਜੋ ਉਹ ਡਿਜ਼ਰਵ ਕਰਦਾ ਸੀ ਹਰਜੀਤ ਜੀ ਜੇ ਮੈਂ ਕੋਈ ਵੀ ਫੀਲਡ ਦੀ ਗੱਲ ਕਰਾਂ ਵੈਨ ਯੂ ਸਟਾਰਟ ਯੋਰ ਕੈਰੀਅਰ ਲੋਕੀ ਬਹੁਤ ਸਟਰਗਲ ਦੇਖਦੇ ਆ ਸਪੈਸ਼ਲੀ ਇਨ ਦਿਸ ਲਾਈਨ ਦ ਫਿਲਮ ਡਾਇਰੈਕਸ਼ਨ ਲਾਈਨ ਤੁਹਾਡੀ ਪਰਸਨਲੀ ਜੇ ਮੈਂ ਗੱਲ ਕਰਾਂ ਕਿੰਨੀ ਕੁ ਸਟਰਗਲ ਸੀ ਤੁਹਾਡੇ ਪੂਰੀ ਜਰਨੀ ਦੇ ਵਿੱਚ ਉਹ ਜਿਹੜੀ ਸਟਰਗਲ ਦੇਖੋ ਕੰਮ ਤੁਸੀਂ ਕੋਈ ਵੀ ਸ਼ੁਰੂ ਕਰਦੇ ਹੋ ਸਟਰਗਲ ਤੇ ਆਫ ਕੋਰਸ ਰਹਿੰਦੀ ਹੈਗੀ ਹੈ ਐਜ਼ ਅ ਡਾਇਰੈਕਟਰ ਜਿਹੜੀ ਸਭ ਤੋਂ ਵੱਡੀ ਸਟਰਗਲ ਹੁੰਦੀ ਹੈ ਬਿਕੋਜ਼ ਆਫ ਦਿਸ ਸ਼ਾਰਟ ਫਿਲਮਸ ਕਿਉਂਕਿ ਇਹਨਾਂ ਦਾ ਕੋਈ ਰੈਵਨਿਊ ਜਨਰੇਟ ਨਹੀਂ ਹੁੰਦਾ ਇਟ ਇਜ਼ ਕੋਈ ਕਮਰਸ਼ੀਅਲ ਦਾ ਕੋਈ ਐਸਪੈਕਟ ਨਹੀਂ ਹੁੰਦਾ ਤੋ ਨੈਚੁਰਲੀ ਸਭ ਤੋਂ ਵੱਡੀ ਜਿਹੜੀ ਸਟਰਗਲ ਹੁੰਦੀ ਹੈ ਉਹ ਹੈ ਫਾਈਨੈਂਸਿਸ ਲੱਭਣਾ ਕਿ ਤੁਹਾਨੂੰ ਪ੍ਰੋਡਿਊਸ ਕੌਣ ਕਰੇਗਾ ਤੁਹਾਨੂੰ ਫਾਈਨੈਂਸਿਸ ਕੌਣ ਦੇਗਾ ਪੈਸਾ ਕੌਣ ਦੇਗਾ ਤੋ ਐਜ਼ ਅ ਡਾਇਰੈਕਟਰ ਜਿਹੜੀ ਸਭ ਤੋਂ ਵੱਡੀ ਸਟਰਗਲ ਮੈਨੂੰ ਫੇਸ ਕਰਨੀ ਪਈ ਹੈ ਮੈਨੂੰ ਧੱਕੇ ਰੱਬ ਦੀ ਕਿਰਪਾ ਨਾਲ ਮੈਨੂੰ ਕਦੀ ਐਸੇ ਧੱਕੇ ਨਹੀਂ ਖਾਣੇ ਪਏ ਠੀਕ ਹੈ ਨਾ ਮੈਨੂੰ ਕਦੀ ਸੜਕਾਂ ਤੇ ਸੌਣਾ ਨਹੀਂ ਪਿਆ ਰੱਬ ਨੇ ਮੈਨੂੰ ਬੜੀ ਰਾਇਲ ਸਟਰਗਲ ਦਿੱਤੀ ਹੈ ਠੀਕ ਹੈ ਨਾਈਸ ਟਰਮ ਤਾਂ ਮਤਲਬ ਮੈਨੂੰ ਹਮੇਸ਼ਾ ਮੈਂ ਗੱਡੀਆਂ ਵਿੱਚ ਰਿਹਾ ਐਂਡ ਘਰ ਵਿੱਚ ਰੱਬ ਦੀ ਕਿਰਪਾ ਨਾਲ ਏਸੀ ਹੁੰਦੇ ਸੀ ਜਿੱਥੇ ਜਾਂਦਾ ਸੀ ਉੱਥੇ ਵੀ ਪੂਰਾ ਮਾਣ ਸਨਮਾਨ ਮਿਲਦਾ ਸੀ ਜਿਹੜੀ ਮੇਰੀ ਸਟਰਗਲ ਰਹੀ ਹੈ ਉਹ ਰਹੀ ਹੈ ਮੈਂਟਲ ਸਟਰਗਲ ਬਹੁਤ ਰਹੀ ਹੈ ਓਕੇ ਕਿ ਲੋਕ ਬਹੁਤ ਜਲਦੀ ਨਾਰਾਜ਼ ਹੋ ਜਾਂਦੇ ਨੇ until unless I wasn't the part of this film making ਕੋਈ ਨਾਰਾਜ਼ ਨਹੀਂ ਹੁੰਦਾ ਸੀ ਅੱਛਾ ਅਗਰ ਮੈਂ ਕਿਸੇ ਦਾ ਫੋਨ ਨਹੀਂ ਚੱਕਦਾ ਸੀ ਤਾਂ ਨਾਰਾਜ਼ ਨਹੀਂ ਹੁੰਦਾ nobody cared ਬਿਜ਼ੀ ਹੋਏਗਾ ਕੁਝ ਰਾਈਟ ਬਟ ਆਈ ਡੋਨਟ ਅੰਡਰਸਟੈਂਡ ਕਿ ਵੀ ਹੁਣ ਜਿਵੇਂ ਜਿਵੇਂ ਮੈਂ ਇਸ ਇੰਡਸਟਰੀ ਦੇ ਵਿੱਚ ਜ਼ਿਆਦਾ ਘੁਸ ਰਿਹਾ ਨਾਓ ਆਈ ਐਮ ਅੰਡਰਸਟੈਂਡਿੰਗ ਕਿ ਯਾਰ ਫਿਲਮ ਇੰਡਸਟਰੀ ਹੈ ਕੀ ਹਾਂ ਠੀਕ ਹੈ ਇਟ ਇਜ਼ ਜਸਟ ਨਾਟ ਐਜ਼ ਸਿੰਪਲ ਐਜ਼ ਇਟ ਲੁਕਸ ਰਾਈਟ ਫਰਮ ਯਾ ਐਗਜ਼ੈਕਟਲੀ ਤਾਂ ਉਹ ਹੁਣ ਮੈਨੂੰ ਸਮਝ ਆ ਰਿਹਾ ਠੀਕ ਹੈ ਕਿ ਹੁਣ ਅਗਰ ਮੈਂ ਕਿਸੇ ਦਾ ਫੋਨ ਕਾਲ ਨਾ ਚੱਕਾਂ ਜਾਂ ਉਹਨੂੰ ਰਿਵਰਟ ਕਾਲ ਨਾ ਕਰਾਂ ਤਾਂ ਉਹ ਨਾਰਾਜ਼ਗੀ ਉਹਦੀ ਕਿੱਥੇ ਤੱਕ ਚਲੇ ਜਾਂਦੀ ਹੈ ਠੀਕ ਹੈ ਉਹ ਦੋ ਬੰਦਿਆਂ ਵਿੱਚ ਗੱਲਾਂ ਵੀ ਕਰੇਗਾ ਮੇਰੇ ਬਾਰੇ ਆਪਣੇ ਆਪ ਨੂੰ ਸਮਝਣ ਲੱਗ ਪਿਆ ਹੈ ਉਹਦੇ 'ਚ ਐਟੀਟਿਊਡ ਆ ਗਿਆ ਈਗੋ ਆ ਗਈ ਹੈ ਤਾਂ ਮੈਂ ਬਸ ਲਾਸਟ ਗੱਲ ਇਹੀ ਮੁਕਾਵਾਂਗਾ ਕਿ ਮੇਰੀ ਉਹ 4-5 ਸਾਲ ਦੀ ਸਟਰਗਲ ਤੇ ਜਿਹੜੇ ਮੈਂ ਆਫਟਰ ਹੁਣ ਜਿਹੜਾ ਸਕਸੈਸ ਦੇ ਵਿੱਚ ਮੈਂ ਕਦਮ ਰੱਖਿਆ ਆਪਣੇ ਇਹਦੀ ਸਟਰਗਲ ਉਹਨਾਂ ਸਾਰੀ ਸਟਰਗਲ ਤੇ ਭਾਰੀ ਹੈ ਐਗਜ਼ੈਕਟਲੀ ਦਿਸ ਵਿਦਿਨ 2 ਮੰਥਸ ਕਿ ਜੋ ਇੰਪੈਕਟ ਤੋਂ ਬਾਅਦ ਮੈਨੂੰ ਜੋ ਰਿਵਿਊਜ਼ ਮਿਲ ਰਹੇ ਨੇ ਜੋ ਸਕਸੈਸ ਮਿਲ ਰਹੀ ਹੈ ਲਾਈਕ ਯੂ ਹੈਵ ਆਨਰਡ ਮੀ ਇਨਟੂ ਯੋਰ ਸ਼ੋ ਤੁਸੀਂ ਇੰਟਰਵਿਊ ਲੈ ਰਹੇ ਹੋ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੇਰੀ ਪਹਿਲੀ ਇੰਟਰਵਿਊ ਹੋ ਰਹੀ ਹੈ ਰਾਈਟ ਤਾਂ ਸੇਮ ਹੇਅਰ ਤਾਂ ਇਟ ਇਜ਼ ਲਾਈਕ ਨਾ ਉਹ ਇੱਕ ਸਕਸੈਸ ਦਾ ਪਹਿਲਾ ਕਦਮ ਜਿਹੜਾ ਰੱਖਿਆ ਹੈ ਆਈ ਐਮ ਫੇਸਿੰਗ ਸਮਥਿੰਗ ਜੋ ਅਗਰ ਮੈਂ ਤੁਹਾਨੂੰ ਸਮਝਾਉਣ ਤੇ ਆਵਾਂਗਾ ਤੇ ਉਹ ਬਹੁਤ difficult ਹੈ to explain ਲੋਕਾਂ ਦੇ expectations unnecessary ਵੱਧ ਗਈਆਂ and you cannot control them but I'm okay now but lastly the thing is whenever you achieve something you should be you should remain humble always down to earth exactly ਤਾਂ ਹੀ ਲੋਕ ਵੀ ਜਿਹੜੇ ਉਹ ਨਾਲ ਜੁੜੇ ਰਹਿੰਦੇ ਪਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਕਈ ਵਾਰ ਸੋਚਦਾ ਸੀ ਕਿ ਯਾਰ ਇਸ ਬਾਲੀਵੁੱਡ ਐਕਟਰ ਦੇ ਵਿੱਚ ਜਾਂ ਇਸ ਫਿਲਮ ਮੇਕਰ ਦੇ ਵਿੱਚ ਇਹਨਾਂ ਐਟੀਟਿਊਡ ਕਿਉਂ ਹੈ ਉਹ ਐਕਚੁਅਲੀ ਐਟੀਟਿਊਡ ਨਹੀਂ ਹੈ ਮੈਂ ਆਪਣੇ ਆਡੀਅנס ਨੂੰ ਵਿਊਅਰਸ ਨੂੰ ਦੱਸਣਾ ਚਾਹੁੰਦਾ ਉਹ ਐਟੀਟਿਊਡ ਨਹੀਂ ਹੁੰਦਾ ਉਹ ਇੱਕ ਪ੍ਰੋਟੈਕਸ਼ਨ ਸ਼ੀਲਡ ਹੈ ਰਾਈਟ ਜਿਸ ਪੋਜੀਸ਼ਨ ਤੇ ਉਹ ਪਹੁੰਚ ਚੁੱਕੇ ਹੈ ਉਹਨੂੰ ਪ੍ਰੋਟੈਕਟ ਕਰਨਾ ਐਗਜ਼ੈਕਟਲੀ ਨਾਓ ਆਈ ਐਮ ਅੰਡਰਸਟੈਂਡਿੰਗ ਮੈਂ ਪਹਿਲੇ ਅੰਡਰਸਟੈਂਡ ਨਹੀਂ ਕਰਦਾ ਸੀ ਬਹੁਤ ਐਟੀਟਿਊਡ ਹੈ ਯਾਰ ਬੰਦੇ ਵਿੱਚ ਰਾਈਟ ਬਟ ਦੈਨ ਵਿਦ ਟਾਈਮ ਨਾਓ ਆਈ ਐਮ ਅੰਡਰਸਟੈਂਡਿੰਗ ਸ਼ਾਇਦ ਥੋੜਾ ਜਿਹਾ ਐਟੀਟਿਊਡ ਮੈਨੂੰ ਬਹੁਤ ਲੋਕ ਕਹਿੰਦੇ ਨੇ ਕਿ ਇਹ ਥੋੜਾ ਲੈ ਕੇ ਆ ਐਟੀਟਿਊਡ ਤੋ ਹਜੇ ਤੱਕ ਤੇ ਰੱਬ ਦੀ ਕਿਰਪਾ ਨਾਲ ਨਹੀਂ ਆਇਆ ਬਟ ਲੋਕ ਤੁਹਾਨੂੰ ਮਜਬੂਰ ਕਰ ਦਿੰਦੇ ਨੇ to create that protection shield around you ਨਹੀਂ ਤੇ ਤੁਹਾਨੂੰ ਜੀਣ ਨਹੀਂ ਦੇਣਗੇ ਕੋਈ ਵੀ ਫਾਇਦਾ ਚੱਕ ਕੇ ਕੋਈ ਵੀ ਫਾਇਦਾ ਮਤਲਬ ਮੈਂ ਇੱਕ ਟਾਈਮ ਫੇਜ਼ ਐਸਾ ਆ ਗਿਆ ਸੀ ਆਫਟਰ ਇੰਪੈਕਟ ਕਿ 1-2 ਮਹੀਨੇ ਮੈਂ ਇੰਨਾ ਪਰੇਸ਼ਾਨ ਰਿਹਾ I was so mentally disturbed तो there are 2 ways ਜਾਂ ਤਾਂ ਤੁਸੀਂ ਡਿਪਰੈਸ ਹੋ ਜਾਓ ਤੇ ਜਾਂ ਆਪਣੇ ਆਪ ਨੂੰ ਦੁਬਾਰਾ ਜਗਾ ਕੇ you come with a better attitude कि यार मैंने फ़र्क नहीं पैंता because what I am doing मेरे जो vision है वो goal दे विच कोई आना नहीं चाहिए right तो yes a struggle a problems a चलदियाँ रहनियाँ life दे विच is a part of life is a part of job but I'm happy with all these things I bless all these people one should be satisfied at the end exactly तो मैंने हुन इन्ना फ़र्क नहीं पैंदा अगर कोई रुस जांदा है नाराज़ हो जांदा है he has to understand now sure कि भी the things have been becoming changed now तो लोग नहीं समझते
तो की कर सकते हो That's कुछ their कर नहीं problem. सकते दैट्स देयर प्रॉब्लम या Let's do our work. इट्स नॉट माय एटीट्यूड इट्स नॉट माय एरोगेंस हाँ बट ਤੁਸੀਂ ਕੀ ਕਰ ਸਕਦੇ ਹੋ exactly. Just avoid. ਐਗਜ਼ੈਕਟਲੀ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਗਰ ਕਿਸੇ ਦੀ ਕਾਲ ਆ ਗਈ ਹੈ ਵਿਚਕਾਰ ਮੈਂ ਨਹੀਂ ਚੱਕ ਸਕਦਾ Exactly. तो ਉਹ ਲੋਕ ਹੁਣ ਅਗਰ ਨਾਰਾਜ਼ ਹੋ ਜਾਣ ਕੀ ਕਰ ਸਕਦੇ ਤੁਸੀਂ ਕੁਝ ਨਹੀਂ ਕਰ ਸਕਦੇ Sure. ਯਾ All right. So Harjeet ji, my last question would be, what are your future plans? ਦੇਖੋ Any plans of making a full-fledged feature film? ਦੇਖੋ when we start as short films Yeah. तो ਹਰ ਇੱਕ ਫਿਲਮ ਮੇਕਰ ਦਾ ਸੁਪਨਾ ਹੁੰਦਾ ਹੈ ਕਿ ਉਹ ਇੱਕ ਅੱਛੀ ਫਿਲਮ ਜਿਹੜੀ ਵੱਡੀ ਫੀਚਰ ਫਿਲਮ ਬਣਾਵੇ Yeah. ਤੋ ਯੈਸ ਮੇਰੇ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਪ੍ਰੋਜੈਕਟਸ ਨਾਲ ਗੱਲ ਚੱਲ ਰਹੀ ਹੈਗੀ ਹੈ ਕਾਫੀ ਅੱਛੇ ਪ੍ਰੋਡਿਊਸਰਸ ਦੇ ਨਾਲ ਗੱਲ ਚੱਲ ਰਹੀ ਹੈ ਬਹੁਤ ਅੱਛੇ ਹਾਊਸਿਸ ਹੈਗੇ ਨੇ ਜਿਨ੍ਹਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਇਸ ਬਾਰੇ Okay. ਤੋ ਹੋਪਫੁਲੀ ਜਲਦੀ ਤੁਸੀਂ ਦੇਖੋਗੇ ਇਸ ਮੂਵੀ ਦੇ ਰਿਗਾਰਡਿੰਗ ਆਉਣ ਵਾਲੇ sure. ਟਾਈਮ ਦੇ ਵਿੱਚ All right. So ਤੋ good ਆਈ luck ਨੀਡ for- ਯੋਰ ਪ੍ਰੇਅਰਸ ਐਂਡ ਸਾਰਿਆਂ ਦੀ Always, ਬਲੇਸਿੰਗਸ ਚਾਹੀਦੀਆਂ always, ਮੈਨੂੰ always, ਯਾ So it was nice having you here in our show. Thank you so much. It was an honor for me for being here. It's such a Same here. yeah. For our team as well. Yeah, So thank you good so luck for your much. future endeavors. Thank you so much. Alright, so this was the inspiring story of Harjeet Singh Oberoi. So we'll be right back in our next show with another personality. Obviously, those personalities, those who have done something in the society. So till then, stay tuned, stay positive, and yes, do like our channel, The White Falcon Films. Thank you so much. God bless you all.